मैं मनवीर कौर सोशल पोस्ट नाल जुड़ी सारी ऑडियंस का स्वागत करती हाँ। खास प्रोग्राम मेरे नाल पंजाब एग्रीकल्चर यूनिवर्सिटी तो वर्ल्ड बैंक तक पहुंचे हुए पूरी दुनिया दे विच ऑलमोस्ट कम कर चुके हुए सारी दुनिया का एक्सपीरियंस जिहड़ा हाउ पॉलिसीज वर्क उसनूं चंगी तरह जानन वाले विद्वान डॉक्टर पॉल सिंह सिद्धू मेरे नाल अज दे इस प्रोग्राम च ने गल करांगे कि इंडिया और कैनेडा दी जिहड़ी डिप्लोमैटिक टसल जिहड़ी है ਇਹਦਾ ਕੀ ਨੁਕਸਾਨ ਐਟ ਦਾ ਟ੍ਰੇਡ ਵਿਊ ਪੁਆਇੰਟ ਤੋਂ ਕਿਉਂਕਿ ਪੀਪਲ ਟੂ ਪੀਪਲ ਰਿਲੇਸ਼ਨ ਆ ਲੋਕਾਂ ਦੇ ਮਨਾਂ ਦੇ ਵਿੱਚ ਕੀ ਪ੍ਰੋਬਲਮਸ ਜਾਂ ਕਿਵੇਂ ਦਾ ਨੁਕਸਾਨ ਹੈ ਟਸਲ ਕਿੱਥੋਂ ਤੱਕ ਵੱਧ ਸਕਦੀ ਹੈ ਕਿਵੇਂ ਰਿਜ਼ੋਲਵ ਹੋ ਸਕਦੀ ਹੈ ਕੀ ਅਸਰ ਪੈ ਸਕਦਾ ਹੈ ਇੰਡੀਆ ਤੇ ਔਰ ਜਿਹੜੇ ਸਾਡੇ ਇੰਡੋ ਕੈਨੇਡੀਅਨਸ ਨੇ ਖਾਸ ਜਿਹੜਾ ਸਵਾਲ ਮੈਂ ਪੌਲ ਸਿੰਘ ਸਿੱਧੂ ਸਰ ਨੂੰ ਜਿਸ ਲਈ ਬੇਨਤੀ ਕੀਤੀ ਉਹ ਹੈ ਕਿ ਇੰਡੀਅਨ ਹੋ ਕੇ ਪੰਜਾਬੀ ਹੋ ਕੇ ਦੇਸ਼ ਤੋਂ ਬਾਹਰ ਰਹਿਣਾ ਯੂਨੀਵਰਸਲ ਸਿਟੀਜ਼ਨ ਬਣਨਾ अलग-अलग देशों ਦੇ ਵਿੱਚ ਆਪਣੀ ਕੰਮ ਕਰਨਾ ਆਪਣਾ ਨਾਮ ਕਮਾਉਣਾ ਔਰ ਉਸ ਤੋਂ ਬਾਅਦ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਆਇਡੈਂਟੀਟੀ ਦਾ ਸਵਾਲ ਜਿਹੜਾ ਹੈ ਉਹ ਕਿੱਥੇ ਖੜਦਾ ਹੈ ਉਸ ਤੋਂ ਬਾਅਦ ਇਨਸਾਨ ਜਿਹੜਾ ਕਿਸੇ ਬੇਗਾਨੇ ਮੁਲਕ ਦੇ ਵਿੱਚ ਬੇਗਾਨਾ ਮੁਲਕ ਮੈਂ ਤਾਂ ਕਹਿ ਰਹੀ ਹਾਂ ਬਿਕੋਜ਼ ਮੈਂ ਪੰਜਾਬ 'ਚ ਬੈਠੀ ਹਾਂ ਬੇਗਾਨੇ ਮੁਲਕ 'ਚ ਜਾ ਕੇ ਉੱਥੋਂ ਦੀ ਸਿਟੀਜ਼ਨਸ਼ਿਪ ਲੈਂਦੇ ਨੇ ਉੱਥੇ ਕੰਮ ਕਰਦੇ ਨੇ ਉੱਥੋਂ ਉਸ ਦੇਸ਼ ਦੇ ਸਾਰੇ ਲਾਅ ਆਰਡਰਸ ਜੋ ਕਾਨੂੰਨ ਨੇ ਉਹਨਾਂ ਨੂੰ ਮੰਨਦੇ ਨੇ ਉਸ ਤੋਂ ਬਾਵਜੂਦ ਵੀ ਜਿਹੜੀ ਪਛਾਣ ਦੀ ਖਿੱਚ ਹੈ ਮਤਲਬ ਕਿ ਪੰਜਾਬ ਦਿਲ ਚੋਂ ਨਹੀਂ ਨਿਕਲਦਾ ਉੱਥੇ ਆਪਣੀ ਆਇਡੈਂਟੀਟੀ ਦਾ ਸਵਾਲ ਕਿੱਡਾ ਕੰਪਲੈਕਸ ਹੋ ਜਾਂਦਾ ਹੈ ਕਿਵੇਂ ਉਹਦੇ ਚੋਂ ਸੌਰਟ ਆਊਟ ਕਰ ਸਕਦੇ ਹਾਂ ਆਪਾਂ ਇਹਨੂੰ ਸਮਝਣ ਦੇ ਲਈ ਇਹ ਪ੍ਰੋਗਰਾਮ ਖਾਸ ਤੁਹਾਡੇ ਲਈ ਲਿਆਂਦਾ ਮੈਂ ਸ਼ਾਮਿਲ ਕਰਦੀ ਹਾਂ ਡਾਕਟਰ ਸਾਹਿਬ ਨੂੰ ਸਵਾਗਤ ਕਰਦੀ ਹਾਂ ਥੈਂਕ ਯੂ ਸੋ ਮਚ ਸਰ ਤੁਸੀਂ ਬੇਨਤੀ ਤੇ ਆਏ ਮਨਵੀਰ ਜੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਚੈਨਲ ਦੇ ਥਰੂ ਸਾਰੀ ਦੁਨੀਆ ਵਿੱਚ ਜਿੱਥੇ ਪੰਜਾਬੀ ਬੈਠੇ ਹਨ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪਿਛਲੇ ਤਕਰੀਬਨ 4 ਦਿਨਾਂ ਵਿੱਚ ਜਿਹੜੀ ਸਥਿਤੀ ਡਿਵੈਲਪ ਹੋਈ ਹੈ ਇਹ ਬੜੀ ਫਿਕਰਮੰਦ ਸਥਿਤੀ ਹੈਗੀ ਇਸ ਵਾਰੀ ਤਕਰੀਬਨ ਮੈਂ ਮੰਗਲਵਾਰ ਨੂੰ ਸਵੇਰੇ ਸਦਿਆਂ ਜਦੋਂ ਇਹ ਖਬਰ ਪੜ੍ਹੀ ਤਾਂ ਆਈ ਵਾਸ ਸਟਨਡ ਕਿ ਕੀ ਹੋਇਆ ਐਂਡ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਪਿਛਲੇ 4 ਦਿਨ ਦੇ ਵਿੱਚ ਆਈ ਥਿੰਕ ਇਹਦੇ ਵਿੱਚ ਕੋਈ ਡਿਨਾਈ ਨਹੀਂ ਕਰ ਸਕਦਾ ਵੀ ਇੰਡੀਆ ਦੇ ਅਤੇ ਕੈਨੇਡਾ ਦੇ ਜਿਹੜੇ ਆਪਸੀ ਸੰਬੰਧ ਜਿਹੜੇ ਤਕਰੀਬਨ ਕਾਫੀ ਚੰਗੇ ਸੀ ਜੇ ਕਹੋ ਵੀ 100% ਚੰਗੇ ਸੀ ਉਹ ਨਹੀਂ ਸੀ ਐਟਲੀਸਟ ਆਈ ਵੁੱਡ ਸੇ ਵੀ 70-75% ਚੰਗੇ ਸੀ ਉਹਨਾਂ ਵਿੱਚ ਕਾਫੀ ਖਿੱਚੋਤਾਣ ਆਈ ਹੈ ਐਂਡ ਐਕਚੁਅਲੀ ਜਿਹੜੀ ਡਿਪਲੋਮੇਸੀ ਹੁੰਦੀ ਹੈ ਨਾ ਜਾਂ ਇੰਟਰਨੈਸ਼ਨਲ ਰਿਲੇਸ਼ਨ ਹੁੰਦੇ ਆ ਉਹਨਾਂ ਦੀ ਅਸਲੀ ਸਟਰੈਂਥ ਇਹ ਹੁੰਦੀ ਵੀ ਇਹੋ ਜਿਹੀ ਸਿਚੁਏਸ਼ਨ ਆਉਣ ਹੀ ਨਾ ਦਿੱਤੀ ਜਾਵੇ ਮੌਕਾ ਪਹਿਲਾਂ ਹੀ ਸਾਂਭ ਲਿਆ ਜਾਵੇ ਥੱਲੇ ਲੈਵਲ 'ਤੇ ਪਰ ਹੁਣ ਤਾਂ ਇਹ ਸਿਚੁਏਸ਼ਨ ਆ ਗਈ ਹੈ ਐਂਡ ਆਈ ਥਿੰਕ ਬੋਥ ਦੀ ਕੰਟਰੀਜ਼ ਹੈਵ ਟੂ ਆਰ ਫੇਸਿੰਗ ਇਟ ਮੈਂ ਸ਼ੁਰੂ 'ਚ ਇਹ ਬੜਾ ਸਾਫ਼ ਕਰ ਦੇਣਾ ਚਾਹੁੰਦਾ ਕਿ ਨਾ ਤਾਂ ਮੈਂ ਕੋਈ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਮਾਹਰ ਹਾਂ ਨਾ ਹੀ ਮੈਨੂੰ ਜੀਓ ਪੋਲੀਟਿਕਸ ਬਾਰੇ ਬੜੀ ਨੌਲੇਜ ਹੈਗੀ ਮੇਰਾ ਜਿਹੜਾ ਥੋੜ੍ਹਾ ਜਿਹਾ ਲਿਮਟਡ ਐਕਸਪੀਰੀਅੰਸ ਹੈਗਾ ਉਹ ਹੈਗਾ ਜਸਟ ਡਿਵੈਲਪਮੈਂਟ ਸਾਈਡ 'ਤੇ ਉਹ ਵੀ ਨੈਰੋ ਏਰੀਆ ਦੇ ਵਿੱਚ ਐਗਰੀਕਲਚਰ ਦੇ ਰੂਰਲ ਡਿਵੈਲਪਮੈਂਟ ਵਿੱਚ ਜ਼ਿਆਦਾ ਸਾਊਥ ਏਸ਼ੀਆ 'ਚ ਬਾਕੀ ਹੋਰਨਾਂ ਮੁਲਕਾਂ ਦੇ ਵਿੱਚ ਮੈਂ ਇਹਦੀ ਥੋੜ੍ਹੀ ਜਿਹੀ ਹਿਸਟਰੀ ਵੱਲ ਜਾਵਾਂਗਾ ਠੀਕ ਹੈ ਜੀ ਤੁਸੀਂ ਬੜੇ ਠੀਕ ਤਰੀਕੇ ਨਾਲ ਕਿਹਾ ਕਿ ਇੰਡੀਆ ਦੇ ਅਤੇ ਕੈਨੇਡਾ ਦੇ ਪੀਪਲ ਟੂ ਪੀਪਲ ਰਿਲੇਸ਼ਨ ਬਹੁਤ ਸਟਰੋਂਗ ਹੈ ਅਤੇ ਜਿਹੜਾ ਡਾਕਟਰ ਸੁੱਚਾ ਸਿੰਘ ਗਿੱਲ ਨਾਲ ਤੁਸੀਂ 3 ਦਿਨ ਪਹਿਲਾਂ ਇੱਕ ਪੂਰੀ ਡਿਸਕਸ਼ਨ ਕੀਤੀ ਸੀ ਉਹਨਾਂ ਨੇ ਬਹੁਤ ਸੁਚੱਜੇ ਤਰੀਕੇ ਨਾਲ ਇਸ ਨੂੰ ਕਵਰ ਕੀਤਾ ਅਤੇ ਮੈਨੂੰ ਨਹੀਂ ਲੱਗਦਾ ਵੀ ਮੈਂ ਉਹਦੇ 'ਚ ਕੋਈ ਬਹੁਤਾ ਕੁਛ ਐਡ ਕਰ ਸਕਦਾ ਉਹ ਇੱਕ ਬੜੇ ਉੱਘੇ ਅਰਥ ਸ਼ਾਸਤਰੀ ਹਨ ਨੰਬਰ 2 'ਤੇ ਹੁਣ ਕੈਨੇਡਾ ਬੈਠੇ ਹਨ ਉਹਨਾਂ ਨੂੰ ਗਰਾਊਂਡ ਰਿਐਲਿਟੀ ਵੀ ਜ਼ਿਆਦਾ ਪਤਾ ਹੈਗੀ ਮੈਂ ਤਾਂ ਪਾਸੇ ਬੈਠਾ ਆਈ ਥਿੰਕ ਸਭ ਤੋਂ ਪਹਿਲਾਂ ਇਹ ਹੋਇਆ ਵੀ ਜਦੋਂ ਇੰਡੀਆ ਨੇ ਪਹਿਲਾ ਨਿਊਕਲੀਅਰ ਐਕਸਪਲੋਜਨ ਕੀਤਾ ਉਦੋਂ ਵੀ ਕੈਨੇਡਾ ਨਾਲ ਕਾਫੀ ਖਿੱਚੋਤਾਣ ਹੋਈ 1974 ਦੇ ਵਿੱਚ ਪਰ ਉਦੋਂ ਇੰਡੀਆ ਇੱਕ ਬਹੁਤ ਗਰੀਬ ਦੇਸ਼ ਸੀ ਉਸ ਤੋਂ ਬਾਅਦ ਫਿਰ 1992 ਦੇ ਜਿਹੜੇ ਇਕਨੋਮਿਕ ਰਿਫਾਰਮਸ ਹੋਏ ਉਸ ਤੋਂ ਬਾਅਦ ਜਦੋਂ ਇੰਡੀਆ ਦੀ ਇਕਨੋਮਿਕ ਗਰੋਥ ਹੋਣ ਲੱਗੀ ਫਿਰ ਇੰਡੀਆ ਨੇ ਸੈਕੰਡ ਐਕਸਪਲੋਜਨ ਕੀਤਾ ਅਰਾਊਂਡ ਅਬਾਊਟ 1998 ਅਤੇ ਉਦੋਂ ਵੀ ਕੈਨੇਡਾ ਨੇ ਜਿਹੜਾ ਉਹਦਾ ਹਾਈ ਕਮਿਸ਼ਨਰ ਵਾਪਸ ਬੁਲਾ ਲਿਆ ਸੀ ਹਜੇ ਆਈ ਲੁੱਕ ਇਟ ਫਰੋਮ ਦਾ ਪੋਜ਼ੀਟਿਵ ਸੈਂਸ ਵੀ ਉਹ ਤਾਂ ਹਾਈ ਕਮਿਸ਼ਨਰ ਬੁਲਾ ਰਿਹਾ ਸੀ ਹੁਣ ਤਾਂ ਇੱਕ ਬੰਦਾ ਜਿਹੜਾ ਦੋਨਾਂ ਕੰਟਰੀਆਂ ਨੇ ਕੱਢਿਆ ਹੈ ਉਹੀ ਹੈ
ਮੇਰਾ ਖਿਆਲ ਆ ਵੀ ਸਿਚੁਏਸ਼ਨ ਵਿਦ ਟਾਈਮ ਵਿਲ ਇੰਪਰੂਵ। ਜਦੋਂ ਇੱਕ ਵਾਰੀ ਜਿਹੜੇ ਹੁਣ ਟੈਂਪਰੇਚਰ ਬਹੁਤ ਵਧੇ ਹੈਗੇ ਬੋਥ ਸਾਈਡਸ ਤੇ, ਥੋੜ੍ਹੇ ਜਿਹੇ ਕੂਲ ਡਾਊਨ ਹੋ ਗਏ, ਆਈ ਐਮ ਸ਼ੋਰ ਡਿਪਲੋਮੇਸੀ ਦੇ ਥਰੂ ਇਹਦਾ ਕੋਈ ਨਾ ਕੋਈ ਰਿਲੇਸ਼ਨ, ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਿਆ ਜਾਏਗਾ। ਆਈ ਥਿੰਕ ਦੋਨਾਂ ਕੰਟਰੀਆਂ ਦੇ ਆਪਸ ਵਿੱਚ ਮਤਲਬ ਸੰਬੰਧ ਕਾਫੀ ਜਿਹੜੇ ਇਕਨੋਮਿਕ ਰਿਲੇਸ਼ਨ ਆ ਉਹ ਪੀਪਲ ਟੂ ਪੀਪਲ ਰਿਲੇਸ਼ਨ ਵੀ ਹੈਗੇ, ਵਿਚ ਆਈ ਕਾਲ ਸੋਸ਼ਲ ਔਰ ਕਲਚਰਲ ਰਿਲੇਸ਼ਨ। ਸੈਕੰਡ ਇਜ਼ ਜਿਹੜੇ ਇਕਨੋਮਿਕ ਰਿਲੇਸ਼ਨ ਆ ਉਹ ਵੀ ਕਾਫੀ ਚੰਗੇ, ਕਾਫੀ ਸਟਰੋਂਗ ਹੈ। ਇੰਨੇ ਸਟਰੋਂਗ ਤਾਂ ਨਹੀਂ ਜਿਵੇਂ ਵੱਡੀਆਂ ਇਕੋਨਮੀਜ਼ ਨਾਲ ਹੈ, ਕਿਉਂਕਿ ਜਿਹੜਾ ਟੋਟਲ ਵਪਾਰ ਹੈਗਾ ਹਿੰਦੁਸਤਾਨ ਕਰਦਾ ਉਹਦਾ ਸਿਰਫ 0.7% ਵਪਾਰ ਹੈ ਗਲੋਬਲ ਵਪਾਰ ਦਾ, ਉਹ ਕੈਨੇਡਾ ਦੇ ਨਾਲ ਹੈਗਾ। ਤੇ ਜੇ ਉਹਦੇ ਤੇ ਨਿਗਾਹ ਮਾਰੋ, ਤਕਰੀਬਨ $4 ਬਿਲੀਅਨ ਦਾ ਸਾਲ ਦੇ ਵਿੱਚ ਇੰਡੀਆ ਇੰਪੋਰਟ ਕਰਦਾ ਤੇ ਉਹਨਾਂ ਕੀ ਐਕਸਪੋਰਟ ਕਰਦਾ। ਐਂਡ ਮੇਰਾ ਖਿਆਲ ਹੈ ਵੀ ਜਿੰਨਾ ਇੰਡੀਆ ਦਾ ਵਪਾਰ ਕੈਨੇਡਾ ਨਾਲ ਬੈਲੈਂਸਡ ਹੈ, ਸ਼ਾਇਦ ਹੋਰ ਕਿਸੇ ਵੀ ਕੰਟਰੀ ਨਾਲ ਇੰਨਾ ਬੈਲੈਂਸ ਨਾ ਹੋਵੇ ਇਨ ਟਰਮਸ ਆਫ ਇੰਪੋਰਟ ਐਕਸਪੋਰਟ। ਉਹਦੇ ਵਿੱਚ ਜਿਹੜੀਆਂ ਚੀਜ਼ਾਂ ਇੰਡੀਆ ਨੂੰ ਮੇਨ ਆਉਂਦੀਆਂ ਹਨ, ਇੰਡੀਆ ਦੀ ਇੱਕ ਪ੍ਰੋਬਲਮ ਹੈ ਕਿ ਸਾਡੇ ਜ਼ਿਆਦਾ ਪਾਪੂਲੇਸ਼ਨ ਵੈਜੀਟੇਰੀਅਨ ਹੈ। ਉਹਨਾਂ ਦਾ ਜਿਹੜਾ ਮੇਨ ਸੋਰਸ ਆਫ ਪ੍ਰੋਟੀਨ ਹੈ ਉਹ ਦਾਲਾਂ ਸਾਡੇ ਕੋਲੇ ਹੁੰਦੀਆਂ ਨਹੀਂ। ਅਸੀਂ ਦੁਨੀਆ 'ਚੋਂ ਜਿੱਥੇ ਵੀ ਦਾਲਾਂ ਮਿਲਦੀਆਂ ਅਸੀਂ ਉੱਥੋਂ ਲੈਂਦੇ ਹਾਂ। ਕੈਨੇਡਾ ਹੈਜ਼ ਬੀਨ ਵੈਰੀ ਮੇਜਰ ਸਪਲਾਇਰ ਆਫ ਦਾਲਾਂ। ਪਰਟੀਕੂਲਰਲੀ ਦੋ ਦਾਲਾਂ ਇੰਡੀਆ ਬਹੁਤ ਇੰਪੋਰਟ ਕਰਦਾ ਰਿਹਾ, ਇੱਕ ਤਾਂ ਮਸਰ ਜਿਹਨੂੰ ਆਪਾਂ ਪੀਲੀ ਦਾਲ ਕਹਿ ਦਿੰਦੇ ਹਾਂ, ਤੇ ਦੂਜੀ ਸੁੱਕੇ ਮਟਰ। ਤੇ ਜਿਹੜੇ ਸੁੱਕੇ ਮਟਰਾਂ ਦੀ ਇੰਪੋਰਟ ਸੀ ਉਹ ਤਕਰੀਬਨ ਇੰਡੀਆ ਨੇ 2017-18 ਤੋਂ ਬਾਅਦ ਦੇ ਵਿੱਚ ਬੰਦ ਕਰਤੀ। ਜਿਹੜੀ ਮਸਰ ਦੀ ਇੰਪੋਰਟ ਆ ਹੈ, ਜਿਹੜੀ ਟੋਟਲ ਇੰਡੀਆ ਇੰਪੋਰਟ ਕਰਦਾ ਉਹਦਾ 30% ਮਸਰ ਤੇ 30% ਜਿਹੜਾ ਹਿੱਸਾ ਹੈ ਉਹ ਇੰਡੀਆ ਕਰਦਾ ਇੰਪੋਰਟ ਤੋਂ ਕੈਨੇਡਾ ਤੋਂ। ਐਂਡ ਮਸਰੀ ਦੀ ਵੀ ਇਸ ਲਈ ਲੋੜ ਇਹ ਹੋਈ ਕਿ ਮਸਰੀ ਐਜ਼ ਏ ਦਾਲ ਉਨੀ ਯੂਜ਼ ਨਹੀਂ ਹੁੰਦੀ। ਜਦੋਂ ਸਾਂਬਰ ਬਣਾਉਂਦੇ ਨਾ, ਸਾਂਬਰ ਦੇ ਵਿੱਚ ਅਰਹਰ ਜਾਂ ਜਿਹਨੂੰ ਤੁੜ ਕਹਿੰਦੇ ਉਹ ਯੂਜ਼ ਹੁੰਦੀ ਹੈ। ਉਹ ਬਹੁਤ ਮਹਿੰਗਾ ਹੋ ਗਿਆ, 160 ਰੁਪਏ ਕਿਲੋ ਹੈ, ਤੇ ਮਸਰ ਹੈਗੀ 100 ਰੁਪਏ ਕਿਲੋ। ਸੋ ਉਹਦਾ ਸਬਸਟੀਟਿਊਟ ਆਏ ਮਸਰ ਸਾਂਬਰ ਦੇ ਵਿੱਚ, ਤੇ ਇਸੇ ਕਰਕੇ ਇਹਦੀ ਡਿਮਾਂਡ ਵਧੀ ਹੈਗੀ। ਹੁਣ ਜੇ ਇਸ ਸਾਲ ਦੇ ਵਿੱਚ ਇੰਪੋਰਟ ਘਟ ਜਾਂਦੀ ਹੈ, ਬਹੁਤ ਸਾਰੇ ਲੋਕੀ ਇਹ ਕਹਿਣਗੇ ਵੀ ਸ਼ਾਇਦ ਇਸ ਕਰਕੇ ਘਟੀ ਹੈ ਵੀ ਕੈਨੇਡਾ ਨੇ ਇੰਡੀਆ ਨੂੰ ਮਸਰ ਦੇਣੀ ਬੰਦ ਕਰ ਦਿੱਤੀ। ਮੇਰਾ ਖਿਆਲ ਇਹਦਾ ਕਾਰਨ ਇਹ ਨਹੀਂ ਹੋਣਾ। ਇਹ ਤਾਂ ਬੇਸਿਕਲੀ ਮਾਰਕੀਟ ਫੋਰਸਿਸ ਨੇ ਡਿਟਰਮਨ ਕਰਨਾ, ਪ੍ਰਾਈਸ ਨੇ ਡਿਟਰਮਨ ਕਰਨਾ ਵੀ ਕਿੰਨਾ ਇੰਡੀਆ ਇੰਪੋਰਟ ਕਰਦਾ ਜਾਂ ਇੰਡੀਆ ਦੀ ਜ਼ਰੂਰਤ ਕਿੰਨੀ ਹੈ। ਪਰ ਉਹਦਾ ਬਹੁਤ ਵੱਡਾ ਕਾਰਨ ਹੈ ਜਿਹੜੀ ਇਸ ਸਾਲ ਕੈਨੇਡਾ ਦੇ ਵਿੱਚ ਜਿਹੜੀ ਮਸਰ ਦੀ ਫਸਲ ਹੈ ਉਹ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈਗੀ। ਜਦੋਂ ਉਹਦੀ ਮਤਲਬ ਪਿਛਲੇ ਸਾਲ ਜੇ 21 ਮਿਲੀਅਨ ਟਨ ਸੀ, ਇਸ ਸਾਲ 14 ਮਿਲੀਅਨ ਟਨ ਹੈਗੀ। ਸੋ 1/3 ਇਜ਼ ਗੋਨ। ਇਹਦਾ ਮਤਲਬ ਨੈਚੁਰਲੀ ਉਹਦੀ ਜਿਹੜੀ ਇੰਪੋਰਟ ਇੰਡੀਆ 'ਚ ਹੋਏਗੀ ਘੱਟ ਹੋਏਗੀ। ਦੈਟਸ ਵਨ। ਦੂਸਰਾ ਜਿਹੜਾ ਹੈ, ਇੱਕ ਮਿਊਰੇਟ ਆਫ ਪੋਟਾਸ਼ ਫਰਟੀਲਾਈਜ਼ਰ ਹੈਗਾ, ਉਹ ਇੰਡੀਆ ਇੰਪੋਰਟ ਕਰਦਾ ਹੈ ਇੱਥੋਂ ਕੈਨੇਡਾ ਤੋਂ ਤੇ ਰਸ਼ੀਆ ਤੋਂ। ਉਹ ਮਿਊਰੇਟ ਆਫ ਪੋਟਾਸ਼ ਵੀ ਇੰਪੋਰਟ ਹੁੰਦਾ ਹੈ। ਐਂਡ ਆਈ ਥਿੰਕ ਜਿਹੜੇ ਟ੍ਰੇਡ ਐਗਰੀਮੈਂਟ ਆ ਉਹ ਚੱਲਦੇ ਰਹਿੰਦੇ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਪਲੋਮੈਟਿਕ ਟੈਂਸ਼ਨ ਹੁੰਦੀਆਂ ਉਹਨਾਂ ਦਾ ਕੋਈ ਇੰਨਾ ਸ਼ਾਰਟ ਟਰਮ 'ਤੇ ਕੋਈ ਅਸਰ ਨਹੀਂ ਪੈਂਦਾ ਗਾ। ਤੇ ਦੂਸਰਾ ਇਹ ਵੀ ਜਿਹੜਾ ਮਿਊਰੇਟ ਆਫ ਪੋਟਾਸ਼ ਨਾ, ਜੇ ਆਪਾਂ ਪੰਜਾਬ ਦੀ ਸਿਚੁਏਸ਼ਨ ਲਈਏ, ਪੰਜਾਬ 'ਚ ਆਪਾਂ ਮਿਊਰੇਟ ਆਫ ਪੋਟਾਸ਼ ਬੜਾ ਵਰਤਦੇ ਹੀ ਨਹੀਂ, ਸਿਰਫ ਆਲੂਆਂ 'ਚ ਵਰਤਦੇ ਹਾਂ। ਬਾਕੀ ਫਸਲਾਂ 'ਚ ਉਹ ਜਿੱਥੇ ਹੈ ਨਾ ਸਾਊਥ ਇੰਡੀਆ ਵਗੈਰਾ 'ਚ ਜਿੱਥੇ ਐਸਿਡਿਕ ਸੋਇਲ ਉੱਥੇ ਜ਼ਿਆਦਾ ਯੂਜ਼ ਹੁੰਦਾ। ਸੋ ਦੈਟਸ ਵਨ। ਦੂਜੇ ਪਾਸੇ ਤਕਰੀਬਨ 600 ਕੰਪਨੀਆਂ ਕੈਨੇਡੀਅਨ ਜਿਨ੍ਹਾਂ ਦਾ ਇੰਡੀਆ ਦੇ ਵਿੱਚ ਕਾਰੋਬਾਰ ਹੈਗਾ। ਐਂਡ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇੰਡੀਆ ਦੇ ਵਿੱਚ ਕਾਰੋਬਾਰ ਆਪਣਾ ਵਧਾਉਣਾ ਚਾਹੁੰਦੀਆਂ ਹੈਗੀਆਂ। ਸੋ ਨੈਚੁਰਲੀ ਉਹਨੂੰ ਹੁਣ ਥੋੜ੍ਹਾ ਜਿਹਾ ਇੱਕ ਵਾਰ ਉਸ ਚੀਜ਼ 'ਤੇ ਤਾਂ ਥੋੜ੍ਹੀ ਜਿਹੀ ਮਤਲਬ ਜਿਵੇਂ ਕਹਿੰਦੇ ਸਲੋ ਡਾਊਨ ਹੋਏਗੀ ਜਿੰਨੀ ਦੇਰ ਮਤਲਬ ਸਾਰੀ ਰਿਲੇਸ਼ਨ ਸਮੂਥ ਨਹੀਂ ਹੁੰਦੇਗੇ। ਇਸੇ ਤਰ੍ਹਾਂ ਹੀ ਜਿਹੜੀਆਂ ਇੰਡੀਅਨ ਕੰਪਨੀਜ਼ ਆ ਉਹਨਾਂ ਦਾ ਜਿਹੜਾ ਵੱਡੀਆਂ ਹੈਗੀਆਂ ਸਾਡੀਆਂ ਟੈਕਨੋਲੋਜੀ ਕੰਪਨੀ, ਵਿਪਰੋ ਹੋ ਗਈ, ਟਾਟਾ ਕੰਸਲਟੈਂਸੀ ਸਰਵਿਸਿਜ਼ ਹੋ ਗਈਆਂ, ਜਾਂ ਹੈਗੀ ਆਪਣੀ ਇਨਫੋਸਿਸ, ਉਹਨਾਂ ਦੇ ਕਾਫੀ ਆਪਰੇਸ਼ਨਸ ਹੈਗੇ। ਤੇ ਆਮ ਸ਼ੋਰ ਉਹ ਉਸ ਤਰ੍ਹਾਂ ਹੀ ਚੱਲਦੇ ਰਹਿਣੇ, ਉਹਨਾਂ 'ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈਗੀ ਇੰਡੀਆ ਦੇ ਵਿੱਚ, ਉਹਦਾ ਤਕਰੀਬਨ ਆਈ ਥਿੰਕ 0.3 ਜਾਂ 0.4% ਹੀ ਕੈਨੇਡਾ ਦਾ ਹੈਗਾ, ਬਾਕੀ ਹੋਰਨਾਂ ਕੰਟਰੀਜ਼ ਤੋਂ ਹੈਗਾ। ਸੋ ਉਹਦੇ 'ਚ ਐਡਾ ਕੋਈ ਬਹੁਤਾ ਇੰਪੈਕਟ ਨਹੀਂ ਪੈਂਦਾ। ਐਂਡ ਉਹਦਾ ਕਾਰਨ ਫਾਰ ਐਗਜ਼ਾਮਪਲ ਜਿਵੇਂ ਜਿਹੜੇ ਕੈਨੇਡਾ ਦੇ ਪੈਨਸ਼ਨ ਫੰਡਸ ਹੈਗੇ, ਉਹਨਾਂ ਦਾ $14 ਬਿਲੀਅਨ, ਆਲਮੋਸਟ $15 ਬਿਲੀਅਨ ਹੀ ਇੰਡੀਆ 'ਚ ਇਨਵੈਸਟਡ ਹੈ। ਹੁਣ ਤੁਸੀਂ ਪੁੱਛੋਗੇ ਵੀ
ਪੈਨਸ਼ਨ ਫੰਡ ਹੈਗੇ ਕੈਨੇਡਾ ਦੇ, ਉਹ ਇੰਡੀਆ 'ਚ ਕਿਉਂ ਇਨਵੈਸਟ ਕੀਤਾ? ਜੀ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਪਿਛਲੇ ਤਕਰੀਬਨ 2008-9 ਤੋਂ ਲੈ ਕੇ ਜਿਹੜੇ ਬੈਂਕ ਇੰਟਰਸਟ ਵਗੈਰਾ ਬਹੁਤ ਘੱਟ ਹੈ, ਜਿਨ੍ਹਾਂ ਨੂੰ ਕਹਿੰਦੇ ਨੇ ਫਿਕਸਡ ਇਨਕਮ, ਉਹਨਾਂ ਦੇ ਰਿਟਰਨ ਬਹੁਤ ਘੱਟ ਆਉਂਦੇ ਸੀ, ਕਿਉਂਕਿ ਇੰਡੀਆ ਵਾਜ਼ ਐਮਰਜਿੰਗ ਮਾਰਕੀਟ, ਇੱਥੇ ਰਿਟਰਨ ਜ਼ਿਆਦਾ ਆਉਂਦੇ ਸੀ। ਸੋ ਪੈਨਸ਼ਨ ਫੰਡ ਦਾ ਇੱਕ ਇਹ ਵੀ ਗੋਲ ਹੁੰਦਾ ਵੀ ਅਸੀਂ ਉੱਥੇ ਪੈਸੇ ਲਾਈਏ ਜਿੱਥੇ ਨੰਬਰ 1 ਸਾਡੇ ਪੈਸੇ ਮਰਨ, ਨੰਬਰ 2 ਤੇ ਸਾਡੇ ਪੈਸਿਆਂ ਤੇ ਸਾਨੂੰ ਰਿਟਰਨ ਜ਼ਿਆਦਾ ਮਿਲੇ, ਤਾਂ ਕਿ ਜਦੋਂ ਇਹ ਬੰਦੇ ਰਿਟਾਇਰ ਹੋਣਗੇ ਜਿਹੜੇ ਅੱਜ ਉਹ ਕੰਟਰੀਬਿਊਟ ਕਰਦੇ ਆ, ਅਸੀਂ ਉਹਨਾਂ ਨੂੰ ਪੈਨਸ਼ਨ ਜੋ ਹਰ ਸਾਲ ਵੱਧਦੀ ਹੈ ਕਾਸਟ ਆਫ ਇਨਫਲੇਸ਼ਨ ਦੇ ਨਾਲ, ਉਹਨੂੰ ਕੰਪਨਸੇਟ ਕਰੀਏ। ਸੋ ਦੈਟ ਵੇ ਇੰਡੀਆ ਹੈਜ਼ ਬੀਨ ਐਨ ਅਟਰੈਕਟਿਵ ਡੈਸਟੀਨੇਸ਼ਨ ਫਾਰ ਇਨਵੈਸਟਮੈਂਟ ਬਾਈ ਕੈਨੇਡੀਅਨ ਪੈਨਸ਼ਨ ਫੰਡਸ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਗੀਆਂ। ਅਤੇ ਦੂਸਰਾ ਮੈਨੂੰ ਇਹ ਲੱਗਦਾ ਵੀ ਇਹਦੇ ਗੱਲ ਬਹੁਤ ਵੱਧ ਗਈ 4-5 ਦਿਨ ਦੇ ਵਿੱਚ, ਆਈ ਥਿੰਕ ਛੇਤੀ ਇਹਦਾ ਹੱਲ ਨਿਕਲ ਆਊਗਾ, ਪਰ ਐ ਨਹੀਂ ਵੀ ਕੋਈ ਜਿਵੇਂ ਕਹਿੰਦੇ ਹੁੰਦੇ ਨਾ ਵੀ ਮੈਜਿਕ ਵਾਂਡ ਦੇ ਨਾਲ 5-7 ਦਿਨਾਂ ਦੇ ਵਿੱਚ ਹੱਲ ਹੋ ਜਾਊ। ਆਈ ਥਿੰਕ ਇਟ ਵਿਲ ਟੇਕ ਟਾਈਮ। ਉਹਦੇ ਵਿੱਚ ਪ੍ਰੋਬੇਬਲੀ ਵਟ ਵਿਲ ਹੈਪਨ, ਆਈ ਥਿੰਕ ਬੇਸਿਕਲੀ ਆਲਰੇਡੀ ਸ਼ੁਰੂ ਹੋ ਗਈਆਂ ਹੋਣੀਆਂ ਬਿਹਾਈਂਡ ਬੈਕ ਚੈਨਲ ਡਿਪਲੋਮੇਸੀ, ਬੈਕ ਚੈਨਲ ਟਾਕਸ, ਐਂਡ ਉਹਦੇ ਵਿੱਚ ਆਈ ਐਮ ਸ਼ੋਰ ਕੋਈ ਨਾ ਕੋਈ ਹੱਲ ਨਿਕਲ ਆਏਗਾ। ਫਸਟ ਵਿਲ ਵੀ ਕਿ ਜਿਹੜੀਆਂ ਬੜੀਆਂ ਸਟਰੋਂਗ ਸਟੇਟਮੈਂਟਸ ਆਉਂਦੀਆਂ ਦੋਨਾਂ ਸਾਈਡਾਂ ਤੋਂ ਉਹ ਬੰਦ ਹੋਣ, ਐਂਡ ਮੈਨੂੰ ਲੱਗਦਾ ਉਹ ਤਕਰੀਬਨ ਬੰਦ ਹੋ ਜਾਣਗੀਆਂ। ਆਈ ਥਿੰਕ ਮੈਂ ਅਗੇਨ ਸ਼ੁਰੂ ਕਹਿ ਰਿਹਾ ਵੀ ਮੈਂ ਕੋਈ ਸਿਆਸੀ ਮਾਹਰ ਨਹੀਂ, ਇੰਟਰਨੈਸ਼ਨਲ ਰਿਲੇਸ਼ਨ ਤੇ ਮਾਹਰ ਨਹੀਂ, ਮੈਨੂੰ ਇਹ ਲੱਗਦਾ ਵੀ ਇਹ ਚੀਜ਼ ਇੱਥੋਂ ਤੱਕ ਜਾਣੀ ਨਹੀਂ ਚਾਹੀਦੀ ਸੀ, ਮਤਲਬ। ਪਰ ਦੂਸਰਾ ਮੈਨੂੰ ਇਹ ਲੱਗਦਾ ਵੀ ਮੈਂ ਜਿਵੇਂ ਤੁਹਾਨੂੰ ਪਹਿਲੇ 2 ਇੰਸਟਾਂਸਿਸ ਦੱਸੇ ਕੈਨੇਡਾ ਦੇ ਨਾਲ, ਉਦੋਂ ਸ਼ਾਇਦ ਹੋ ਸਕਦਾ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹਨੇ ਇੰਨਾ ਐਂਟੀਸਪੇਟ ਵੀ ਨਾ ਕੀਤਾ ਹੋਵੇ ਵੀ ਇੰਡੀਆ ਦਾ ਇਸ ਚੀਜ਼ ਨੂੰ ਰਿਸਪੌਂਸ ਇੰਨਾ ਸਟਰੋਂਗ ਹੋਊਗਾ। ਤੇ ਆਈ ਥਿੰਕ ਜਿਹੜੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਹੈਗੇ ਡਾਕਟਰ ਐਸ ਜੈ ਸ਼ੰਕਰ, ਹੀ ਇਜ਼ ਅ ਪ੍ਰੋਫੈਸ਼ਨਲ, ਹੀ ਇਜ਼ ਅ ਕੈਰੀਅਰ ਡਿਪਲੋਮੈਟ, ਹੀ ਇਜ਼ ਨਾਟ ਅ ਪੋਲੀਟੀਸ਼ੀਅਨ। ਤੇ ਉਹ ਯੂਐਨ ਜਨਰਲ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਨਿਊਯਾਰਕ, ਉਹ ਚੱਲ ਪਿਆ, ਮੇਰੇ ਹਾਲ ਪਹੁੰਚ ਜਾਣਾ ਅੱਜ ਉਹਨਾਂ ਨੇ, ਅਗਲੇ 8-9 ਦਿਨ ਉੱਥੇ ਹੋਣੇ ਆ। ਉੱਥੇ ਆਮ ਸ਼ੋਰ ਉੱਥੇ ਗੱਲਬਾਤ ਹੋਊਗੀ, ਨਾਟ ਓਨਲੀ ਵਿਦ ਕੈਨੇਡਾ, ਈਵਨ ਦੂਸਰੇ ਕੰਟਰੀਜ਼ ਦੇ ਨਾਲ, ਜਿਵੇਂ UK ਹੋ ਗਿਆ, ਆਸਟ੍ਰੇਲੀਆ ਹੋ ਗਿਆ, USA ਹੈ ਜਾਂ ਨਿਊਜ਼ੀਲੈਂਡ ਹੈ, ਜਿਹੜੀਆਂ 5 ਆਈਜ਼ ਦੇ ਪਾਰਟ ਹੈ। ਐਂਡ ਆਈ ਥਿੰਕ ਬੇਸਿਕਲੀ ਇੱਕ ਜਿਹੜੀ ਚੀਜ਼ ਹਜੇ ਤੱਕ ਆ ਰਹੀ ਹੈ ਵੀ ਹਜੇ ਤੱਕ ਇਹ ਹੈ ਵੀ ਦੇਰ ਆਰ ਐਕੁਜ਼ੀਸ਼ਨਸ, ਹਜੇ ਐਵੀਡੈਂਸ ਕੋਈ ਨਹੀਂ। ਜਦੋਂ ਆਈ ਥਿੰਕ ਹੁਣ ਕੈਨੇਡਾ ਜਦੋਂ ਐਵੀਡੈਂਸ ਪ੍ਰਜੈਂਟ ਕਰੇਗਾ, ਉਹਦੇ ਐਵੀਡੈਂਸ ਦੇ ਬੇਸ 'ਤੇ ਜੋ ਵੀ ਕੁਛ ਹੋਏਗਾ, ਆਈ ਥਿੰਕ ਉਸ ਤੋਂ ਫਿਰ ਅੱਗੇ ਆਈ ਐਮ ਸ਼ੋਰ ਗਵਰਨਮੈਂਟ ਆਫ ਕੈਨੇਡਾ ਵਿਲ ਉਹਦੇ 'ਤੇ ਵੀ ਹੁਣ ਹੋਏਗਾ ਵੀ ਸਾਨੂੰ ਜੇ ਕੋਈ ਐਵੀਡੈਂਸ ਸਾਨੂੰ ਦਿਓ, ਕਿਉਂਕਿ ਇੰਡੀਆ ਕਹਿ ਰਿਹਾ ਵੀ ਸਾਡੇ ਨਾਲ ਐਵੀਡੈਂਸ ਸ਼ੇਅਰ ਕਰੋ। ਐਟ ਦ ਸੇਮ ਟਾਈਮ ਜਿਹੜੇ ਇੰਡੀਆ ਦੇ ਕੰਸਰਨਸ ਹੈਗੇ ਉਹ ਵੀ ਆਈ ਐਮ ਸ਼ੋਰ ਕੈਨੇਡੀਅਨ ਗਵਰਨਮੈਂਟ ਵਿਲ ਲੁੱਕ ਇਨਟੂ। ਪੰਜਾਬੀ ਡਾਇਸਪੋਰਾ ਦੇ ਲਈ ਵੀ ਇੱਕ ਮੇਰਾ ਪੁਆਇੰਟ ਆਫ ਵਿਊ ਤੋਂ ਸਵਾਲ ਹੈਗਾ ਕਿ ਉਹਨਾਂ ਦੀ ਪਹਿਚਾਣ ਦਾ ਮੁੱਦਾ ਜਾਂ ਕਿਵੇਂ ਐਡਜਸਟ ਕਰਨਾ ਬੇਗਾਨੇ ਮੁਲਕ ਦੇ ਵਿੱਚ, ਜਾਂ ਜਿਸ ਮੁਲਕ ਦੇ ਵਿੱਚ ਜਾ ਕੇ ਕੰਮ ਕਰਨਾ, ਉਹ ਵਾਲਾ ਜੋ ਮੈਂ ਭੂਮਿਕਾ ਦੇ ਵਿੱਚ ਪਹਿਲਾਂ ਗੱਲ ਕਰ ਰਹੀ ਸੀ, ਉਹਨੂੰ ਤੁਸੀਂ ਕਿਵੇਂ ਸੋਚਦੇ ਹੈਗੇ? ਮੈਂ 24 ਸਾਲ ਦਾ ਸੀ, ਉਦੋਂ ਸਿਰਫ $8 ਸੀ ਮੇਰੀ ਜੇਬ, ਜਦੋਂ ਮੈਂ ਆਸਟ੍ਰੇਲੀਆ PhD ਕਰਨ ਗਿਆ, ਕਿ $8 ਤੋਂ ਜ਼ਿਆਦਾ ਜਾਂਦੇ ਨਹੀਂ ਸੀ, ਮਿਲਦੇ ਨਹੀਂ ਸੀ ਹੁੰਦੇ। ਉੱਥੇ ਰਹਿ ਮੇਰਾ ਇਹ ਹੈ ਵੀ ਤੁਸੀਂ ਜਿਹੜੇ ਮੁਲਕ 'ਚ ਜਾਂਦੇ ਆ ਉਹੋ ਜਿਹੇ ਬਣ ਕੇ ਰਹਿਣਾ ਚਾਹੀਦਾ। ਜਿਹੜੀ ਹੈ ਨਾ ਆਪਣੀ ਖੌਤ, ਵਾਈਲ ਇਨ ਰੋਮ ਡੂ ਐਜ਼ ਦੀ ਰੋਮਨਸ ਡੂ। ਸੋ ਮੈਨੂੰ ਪੰਜਾਬੀ ਭਾਈਚਾਰੇ ਨੂੰ ਜਾਂ ਸਾਰਿਆਂ ਨੂੰ ਮੇਰੀ ਸੁਜੈਸ਼ਨ ਇਹ ਹੈ ਵੀ ਜਿਹੜੇ ਮੁਲਕ ਵਿੱਚ ਤੁਸੀਂ ਜਾਂਦੇ ਆ ਉੱਥੋਂ ਦੇ ਲੋਇਲ ਸਿਟੀਜ਼ਨ ਬਣ ਕੇ ਰਹੋ। ਮੈਂ ਆਸਟ੍ਰੇਲੀਆ ਰਿਹਾ ਤਕਰੀਬਨ 3.5 ਸਾਲ, ਸਟੂਡੈਂਟ ਸੀ ਉਸ ਵੇਲੇ, ਨਾਲ ਹੋਰ ਕੰਮ ਵੀ ਕਰਦੇ ਸੀ। ਐਂਡ ਮੈਨੂੰ ਲੱਗਦਾ ਵੀ ਜੀ ਮੈਂ ਉੱਥੇ ਇੱਕ ਆਸਟ੍ਰੇਲੀਅਨ ਬਣ ਕੇ ਨਾ ਰਿਹਾ ਹੁੰਦਾ ਤਾਂ ਮੈਂ ਬਹੁਤ ਕੁਛ ਨਹੀਂ ਸਿੱਖਣਾ ਸੀ, ਪਰ ਕਿਉਂਕਿ ਮੈਂ ਇੱਕ ਆਸਟ੍ਰੇਲੀਅਨ ਬਣ ਕੇ ਹੀ ਰਿਹਾ, ਇੱਕ ਯੰਗ ਉਮਰ ਸੀ, ਮੈਂ ਆਪਦੀ ਪੜ੍ਹਾਈ ਤੋਂ ਬਿਨਾਂ ਹੋਰ ਬਹੁਤ ਚੀਜ਼ਾਂ ਸਿੱਖੀਆਂ, ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਈਆਂ। ਸੇਮ ਵੇ ਹੁਣ ਵਰਲਡ ਬੈਂਕ ਦੇ ਵਿੱਚ ਯੂ ਵਰਕ ਵਿਦ ਦ ਗਵਰਨਮੈਂਟਸ ਇਨ ਡਿਫਰੈਂਟ ਕੰਟਰੀਜ਼, ਐਂਡ ਆਈ ਥਿੰਕ ਉੱਥੇ ਤੁਹਾਨੂੰ ਮਤਲਬ ਜਿਸ ਤਰ੍ਹਾਂ ਦੀ ਕੰਟਰੀ 'ਚ ਹੁੰਦੇ ਨਾ ਉਸ ਦੇ ਲੋਇਲ ਸਿਟੀਜ਼ਨ ਬਣ ਕੇ ਰਹਿਣਾ ਚਾਹੀਦਾ ਹੈ। ਅਤੇ ਜਿਹੜਾ ਮੁਲਕ ਅਸੀਂ ਪਿੱਛੇ ਛੱਡਿਆ ਏ, ਠੀਕ ਹੈ ਸਾਡੀਆਂ ਜੜ੍ਹਾਂ ਹੈਗੀਆਂ ਉੱਥੇ, ਪਰ ਜਿਹੜਾ ਅਸੀਂ ਮੁਲਕ ਛੱਡ ਆਏ, ਜੇ ਅਸੀਂ ਕਰੀਏ ਇਹੀ ਸੋਚੀਏ ਵੀ ਅਸੀਂ ਉੱਥੋਂ ਦੀ ਪੋਲੀਟਿਕਸ ਕੰਟਰੋਲ ਕਰਨੀ ਆ, ਉੱਥੋਂ ਦੀ ਈਵੈਂਟਸ ਕੰਟਰੋਲ ਕਰਨੀਆਂ, ਆਈ ਥਿੰਕ ਇਹ ਕੋਈ ਬਾਹਲੀ ਮੇਰੇ ਹਿਸਾਬ ਨਾਲ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰਾ ਪਰਸਨਲ ਵਿਊ ਇਹ ਹੈ ਵੀ ਇਹ ਚੀਜ਼ਾਂ ਨਾ
ਬਹੁਤਾ ਤੁਹਾਨੂੰ ਹੈਲਪ ਨਹੀਂ ਕਰਦੀਆਂ। ਹੁਣ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਾਡੇ ਬਹੁਤ ਸਾਰੇ ਸਟੂਡੈਂਟ ਹੈਗੇ, ਮਤਲਬ ਫਿਗਰਸ ਮੈਂ ਰਿਪੀਟ ਨਹੀਂ ਕਰੂੰਗਾ ਕਿਉਂਕਿ ਸਾਰੀਆਂ ਚੈਨਲ ਤੇ ਹਰ 5 ਮਿੰਟ ਬਾਅਦ ਫਿਗਰ ਆ ਰਹੀ ਹੈਗੀ, ਮਤਲਬ ਕਿੰਨਾ ਆ ਰਿਹਾ ਵੀ 68,000 ਕਰੋੜ ਪੰਜਾਬ ਚੋਂ ਜਾ ਰਿਹਾ ਉੱਥੇ ਜਿਹੜੇ ਬੱਚੇ ਜਾ ਰਹੇ ਹੈਗੇ। ਐਂਡ ਉਹ ਬੱਚੇ ਕੀ ਹੈ, ਜਦੋਂ ਅਸੀਂ ਪੜ੍ਹਨ ਗਏ ਸੀ, ਅਸੀਂ BSc MSc ਕਰਕੇ ਗਏ, ਸਾਡੇ ਵਿੱਚ ਮੈਚੋਰਿਟੀ ਸੀ, ਸਾਨੂੰ ਸੀ ਵੀ ਅਸੀਂ। ਹੁਣ ਜਿਹੜੇ ਬੱਚੇ ਆ ਉਹ ਉਹਨਾਂ ਨੇ +2 ਕੀਤੀ ਹੈਗੀ, ਸਿੱਧੇ ਉੱਥੇ ਚਲੇ ਜਾਂਦੇ। ਉਹਨਾਂ ਦੇ ਕਈ ਤਾਂ ਬੱਚੇ ਆ ਵੀ ਘਰ ਤੋਂ ਪਹਿਲੀ ਵਾਰੀ ਬਾਹਰ ਗਏ ਹੈਗੇ। ਉਸੇ ਉਹਨਾਂ ਦੀ ਉੱਥੇ ਗਾਈਡੈਂਸ ਵਗੈਰਾ ਬਹੁਤ ਜ਼ਰੂਰਤ ਹੈ। ਨੰਬਰ 2 ਤੇ ਇੱਕ ਚੀਜ਼ ਜਿਹੜੀ ਨਹੀਂ ਬੜੀ ਕਲੀਅਰ ਆ ਰਹੀ, ਬਹੁਤ ਸਾਰੇ ਜਿਹੜੇ ਬੱਚੇ ਜਾਂਦੇ ਇਹ ਇਸ ਨਹੀਂ ਵੀ ਜਿਵੇਂ ਅਸੀਂ ਗਏ ਸੀ ਜਾਂ ਜਿਹੜੀ ਮੇਰੀ ਜਨਰੇਸ਼ਨ ਦੇ ਲੋਕ ਗਏ ਸੀ, ਉਹ ਗਏ ਸੀ I would say ਐਟਲੀਸਟ ਜੇ ਨਹੀਂ ਟੌਪ ਦੀਆਂ ਤਾਂ ਅੱਪਰ ਰੰਗ ਯੂਨੀਵਰਸਿਟੀ ਦੇ ਵਿੱਚ ਵਜੀਫੇ ਲੈ ਕੇ ਗਏ ਸੀ, ਸਕਾਲਰਸ਼ਿਪਸ ਦੇ ਨਾਲ ਗਏ ਸੀ। ਸਕਾਲਰਸ਼ਿਪ ਦੇ ਨਾਲ ਉੱਥੋਂ ਦੇ ਯੂਨੀਵਰਸਿਟੀਆਂ ਤੋਂ ਨਾ ਕਿ ਸਾਨੂੰ ਸਰਕਾਰ ਨੇ ਦਿੱਤੇ ਸੀ, ਕੋਈ ਸਰਕਾਰ ਵਾਲੇ ਵੀ ਸੀ, ਆਪਦੀ ਮੈਰਿਟ ਤੇ ਸਕਾਲਰਸ਼ਿਪ ਲੈ ਕੇ ਗਏ ਸੀ, ਤੇ ਉੱਥੇ ਅਸੀਂ ਬਹੁਤ ਕੁਝ ਸਿੱਖਿਆ। ਪਰ ਹੁਣ ਮੈਂ ਤੁਹਾਨੂੰ ਦੱਸਾਂ, ਜਿਹੜੇ ਬੱਚੇ ਜਾਂਦੇ ਹੈਗੇ, ਹੋ ਸਕਦਾ ਫਿਗਰ ਥੋੜੀ ਬਹੁਤ, ਬਰੈਂਪਟਨ ਇਕੱਲੇ ਸ਼ਹਿਰ ਦੇ ਵਿੱਚ 30 ਕਾਲਜ ਇਹੋ ਜਿਹੇ ਹੈਗੇ ਜਿਨ੍ਹਾਂ ਨੂੰ ਕਾਲਜ ਹੈਗੇ ਉਹ ਪੜ੍ਹਾਉਂਦੇ ਹੈਗੇ, ਪਰ ਜੇ ਤੁਸੀਂ ਕਹਦੇ ਵੀ ਉਹ ਈਵਨ ਅੱਪਰ ਮਿਡਲ ਰੰਗ ਦੇ ਵੀ ਉੱਪਰ ਹਿੱਸੇ 'ਚ ਆਉਣ, ਉਹਦੇ 'ਚ ਨਹੀਂ ਆਉਂਦੇ, ਕਿਉਂਕਿ ਉਹ ਸਿਰਫ ਉਹਨਾਂ ਦਾ ਟਾਰਗੇਟ ਹੀ ਇਹ ਹੈਗਾ ਵੀ ਅਸੀਂ ਇਹੋ ਜਿਹੇ ਸਟੂਡੈਂਟ ਲੈਣੇ ਹੈਗੇ। ਔਨ ਦੀ ਅਦਰ ਹੈਂਡ ਕਿੰਨੇ ਸਾਡੇ ਪੰਜਾਬ ਦੇ ਸਟੂਡੈਂਟ ਹੈ ਜਿਹੜੇ ਮਗਿਲ ਯੂਨੀਵਰਸਿਟੀ ਜਾਂਦੇ ਆ ਤੇ ਯੂਨੀਵਰਸਿਟੀ ਆਫ ਟੋਰਾਂਟੋ ਜਾਂਦੇ, ਦੈਟਸ ਜਿਹੜੀਆਂ ਟੌਪ ਦੀਆਂ ਯੂਨੀਵਰਸਿਟੀਆਂ। ਆਈ ਥਿੰਕ ਅਸੀਂ ਉਹ ਬਹੁਤ ਐਂਗਲ ਭੁੱਲ ਜਾਂਦੇ ਹੈਗੇ। ਫਾਰ ਐਗਜ਼ਾਮਪਲ ਹੁਣ ਮਗਿਲ ਯੂਨੀਵਰਸਿਟੀ ਆ, there is always competition between ਵੀ ਕਿਹੜੀ ਨੰਬਰ 1 ਹੈ, ਮਗਿਲ ਹੈ ਕਿ ਟੋਰਾਂਟੋ ਹੈ ਜਾਂ TC ਕੋਈ ਹੋਰ ਹੈ। ਮਗਿਲ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਹੈ, ਸਾਰਿਆਂ ਤੋਂ ਵੱਡੀ ਯੂਨੀਵਰਸਿਟੀ ਵਾਈਸ ਚਾਂਸਲਰ ਹੁੰਦੀ, ਹਰਗੁਰਦੀਪ ਸੈਣੀ ਦੋਸਤ ਹੈ ਮੇਰਾ, PAU ਦੀ ਪ੍ਰੋਡਕਟ ਹੈ, ਇੱਥੋਂ ਤੱਕ ਰਾਈਜ਼ ਕੀਤੇ ਹੋਏ ਹੈਗੇ। ਵੀ ਸ਼ੁੱਡ ਬੀ ਪ੍ਰਾਊਡ ਆਫ ਦੈਮ। ਐਂਡ ਆਈ ਥਿੰਕ ਸਾਨੂੰ ਕੁਛ ਵੀ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਇਮੇਜ ਵੀ ਖਰਾਬ ਹੋਵੇ ਉਸ ਕੰਟਰੀ ਦੇ ਵਿੱਚ। ਦੂਸਰਾ ਮੇਰਾ ਪਰਸਨਲ ਵਿਊ ਹੈ, ਕੰਪੇਅਰਡ ਵਿਦ ਆਲ ਕਮਿਊਨਿਟੀਜ਼ ਇਨ ਇੰਡੀਆ, ਬਹੁਤ ਸਾਰੇ ਮਾਈਗ੍ਰੇਟ ਹੋਏ ਹੈਗੇ। ਮੈਂ ਇੰਡੀਆ 'ਚ ਬਹੁਤ ਟਰੈਵਲ ਕੀਤਾ, ਬਾਹਰ ਵੀ ਚਲੋ ਥੋੜ੍ਹਾ ਬਹੁਤ ਕੀਤਾ। ਜਦੋਂ ਸਾਡੀ ਕੋਈ ਪੱਗ ਪਹਿਨਦਾ ਨਾ, I think looking at the turban, we look very orthodox people. ਜੇ ਬਾਹਰਲਾ ਜਿਹੜਾ ਬੰਦਾ ਜਾਣਦਾ ਨਹੀਂ ਬਹੁਤਾ, ਉਹਨੂੰ ਐਂ ਲੱਗਦਾ ਵੀ ਇਹ ਜਿਹੜੇ ਸਿੱਖਸ ਹੈਗੇ ਬੜੇ ਆਰਥੋਡਾਕਸ। ਪਰ ਮੇਰਾ ਵਿਊ ਹੈ ਵੀ ਜਿੰਨੀਆਂ ਕਮਿਊਨਿਟੀਜ਼ ਹੈ ਇੰਡੀਆ, ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਖੁੱਲ੍ਹ ਦਿਲੀ ਵਾਲੇ ਤੇ ਫਰਾਕ ਦਿਲੀ ਵਾਲੇ ਹੈਗੇ ਉਹ ਪੰਜਾਬੀ ਹੈ, ਤੇ ਪੰਜਾਬੀਆਂ 'ਚੋਂ ਸਿੱਖ ਹੈ। ਤੇ ਸਾਨੂੰ ਉਹ ਇਮੇਜ ਆਪਦਾ ਨਾ ਠੀਕ ਤਰ੍ਹਾਂ ਨਾਲ ਉਹਨੂੰ ਹੋਰ ਵੀ ਸਟਰੋਂਗ ਕਰਨਾ ਚਾਹੀਦਾ। ਆਈ ਥਿੰਕ ਦੈਟਸ ਮੇਰਾ ਜਵਾਬ ਇਹ ਹੈ, ਤੇ ਇਹਦੇ ਲਈ ਬਹੁਤ ਅਪਰਚੁਨਿਟੀਜ਼ ਹੈ। ਇੱਕ ਪੁਆਇੰਟ ਮੈਂ ਹੋਰ ਪਹਿਲਾਂ ਦੇ ਇਸੇ ਆਪਣਾ ਕੁਐਸਚਨ ਦੇ ਕੰਟੈਕਟ 'ਚ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਡੀ ਚੈਨਲ ਦੇ ਥਰੂ ਮੈਂ ਸਾਰੇ ਪੰਜਾਬੀ ਵੀਰਾਂ ਨੂੰ ਜਾਂ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਹੈ ਵੀ ਜੇ ਕੋਈ ਐਜੀਟੇਸ਼ਨ ਹੁੰਦੀ ਹੈ, ਜਾਂ ਜਿਵੇਂ ਹੁਣ 25 ਤਰੀਕ ਨੂੰ ਹੈ ਵੀ ਹਾਈ ਕਮਿਸ਼ਨ ਦਾ ਘਿਰਾਓ ਕਰਨਾ ਜਾਂ ਦੂਸਰਾ ਕੌਂਸਲੇਟਸ ਦਾ ਘਿਰਾਓ ਕਰਨਾ, ਉਹ ਸਾਰਾ ਪੀਸਫੁਲ ਹੋਵੇ, ਕੋਈ ਵੀ ਚੀਜ਼ ਇਹੋ ਜਿਹੀ ਨਾ ਹੋਵੇ ਜਿਹਦੇ ਕਰਕੇ ਕਿ ਕੋਈ ਟੈਨਸ਼ਨ ਹੋਰ ਵਧੇ। ਆਈ ਥਿੰਕ ਮੇਰੀ ਇਹ ਬਹੁਤ ਸਾਰੇ ਵੀਰਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ। ਹੁਣ ਇਹ ਲੱਗ ਰਿਹਾ ਪਿਛਲੇ 2 ਸਾਲ ਤੋਂ ਬੜੀਆਂ ਡਿਸਟਰਬਿੰਗ ਖਬਰਾਂ ਹੈ ਵੀ ਜਿਹੜੀਆਂ ਪੰਜਾਬ ਵਾਲੀਆਂ ਪ੍ਰੋਬਲਮਸ ਹੈਗੀਆਂ ਉਹੀ ਕੈਨੇਡਾ ਦੇ ਵਿੱਚ ਵੀ ਕਾਫੀ ਵੱਧ ਗਈਆਂ ਹੈਗੀਆਂ। ਨੰਬਰ 2 ਤੇ ਕੋਵਿਡ ਤੋਂ ਬਾਅਦ ਪਾਰਟ ਟਾਈਮ ਜੋਬ ਲੱਭਣੀਆਂ ਬਹੁਤ ਮੁਸ਼ਕਿਲ ਹੋ ਗਈਆਂ, ਬੱਚਿਆਂ ਵਿੱਚ ਫਰਸਟ੍ਰੇਸ਼ਨ ਆ ਰਹੀ ਹੈਗੀ, ਪੈਸੇ ਪੇਰੈਂਟਸ ਇੱਕ ਸਮੈਸਟਰ ਦੇ ਬੜੇ ਔਖੇ ਹੋ ਕੇ ਦਿੰਦੇ ਹਨ, ਮੁੜ ਕੇ ਬਾਅਦ ਦੇ ਵਿੱਚ ਕਿਵੇਂ ਪੜ੍ਹਾਈ ਕਰਨੀ ਹੈ। ਆਈ ਥਿੰਕ ਦੀਜ਼ ਆਰ ਟਫ ਚੈਲੰਜਸ, ਪਰ ਲੈਟਸ ਹੋਪ ਐਂਡ ਪ੍ਰੇ ਵੀ ਇਹ ਸਾਰੀ ਜਿਹੜੀ ਚੀਜ਼ ਹੈ ਦਾ ਬੜਾ ਕੋਈ ਬਿਹਾਈਂਡ ਦੀ ਸੀਨਸ ਅਵੇ ਫਰੋਮ ਮੀਡੀਆ ਗਲੇਅਰ, ਯੂਅਰ ਚੈਨਲ ਇਨਕਲੂਡਡ, ਵੀ ਇਹਨਾਂ ਦੇ ਵਿੱਚੋਂ ਇਹਨਾਂ ਚੀਜ਼ਾਂ ਦਾ ਕੋਈ ਹੱਲ ਲੱਭੇ, ਤਾਂ ਕਿ ਜਿਹੜੀ ਇਹ ਇੰਨੀ ਹੋਈ ਹੈ ਇਹ ਕਿਸੇ ਨਾ ਕੈਨੇਡਾ ਨੂੰ ਸੂਟ ਕਰਦੀ, ਨਾ ਇੰਡੀਆ ਨੂੰ ਸੂਟ ਕਰਦੀ, ਨਾ ਹੀ ਕਿਸੇ ਹੋਰ ਕੰਟਰੀ ਨੂੰ ਸੂਟ। ਜਿਹੜਾ ਕੋਈ ਕੰਟਰੀ ਤੁਹਾਡਾ ਬਹੁਤ ਬੈਡ ਵਿਸ਼ਰ ਹੈ ਨਾ, ਉਹਨੂੰ ਸੂਟ ਕਰਦੀ ਹੈ, ਹੋਰ ਕਿਸੇ ਵੀ ਵੈਲ ਮੀਨਿੰਗਸ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ, ਇੰਡੀਅਨ ਸਿਟੀਜ਼ਨ ਨੂੰ ਜਾਂ ਅਮਰੀਕਨ ਸਿਟੀਜ਼ਨ ਨੂੰ ਇਹ ਚੀਜ਼ਾਂ ਡਿਸਟਰਬ ਕਰਦੀਆਂ ਹੈਗੀਆਂ। ਐਂਡ ਪਰਮਾਤਮਾ ਕਰੇ ਕਿ ਇਹਨਾਂ ਚੀਜ਼ਾਂ ਦਾ ਛੇਤੀ ਕੋਈ ਹੱਲ ਲੱਭ ਆਏ। ਜੀ ਡਾਕਟਰ ਸਾਹਿਬ, ਇਸੇ ਕਰਕੇ ਅਸੀਂ ਤੁਹਾਨੂੰ ਲਿਆਂਦਾ ਹੈ
ਕਿਉਂਕਿ ਸਾਡੇ ਕੋਲ ਜਾਣਕਾਰੀ ਦੀ ਕਮੀ ਹੈ, ਸਾਡੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ ਹੈ, ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ ਤੇ ਉਹਦੇ ਚੋਂ ਹੀ ਸਾਡੀ ਜਾਣਕਾਰੀ ਬਣੇ। ਤੁਸੀਂ ਇਹ ਗੱਲਬਾਤ ਸਾਂਝੀ ਕੀਤੀ, ਤੁਸੀਂ ਆਪਣੀਆਂ ਗੱਲਾਂ ਸਾਡੇ ਨਾਲ ਰੱਖੀਆਂ ਇਸ ਮਸਲੇ ਦੇ ਉੱਤੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਸਰ।